गुड मॉर्निंग बच्चों। ਅੱਜ ਅਸੀਂ ਧਨੀਰਾਮ ਚਾਤਰਿਕ ਦੀ ਲਿਖੀ ਕਵਿਤਾ ਖਿਆਲੀ ਆਜ਼ਾਦੀ ਪੜਾਂਗੇ। ਜਿਵੇਂ ਅਸੀਂ ਉਹਨਾਂ ਦੀ ਪਿੱਛੇ ਕਵਿਤਾ ਨਵੀਂ ਬਹਾਰ ਪੜ੍ਹੀ ਹੈ, ਉਹਦੇ ਵਿੱਚ ਉਹ ਵਿਅੰਗ ਕੱਸਦੇ ਆ ਸਾਡੀ ਆਜ਼ਾਦੀ ਤੋਂ ਬਾਅਦ ਜੋ ਵੀ ਸਾਡੇ ਰਾਜ ਪ੍ਰਬੰਧ ਵਿੱਚ ਤਬਦੀਲੀਆਂ ਆਈਆਂ ਉਹਨਾਂ ਨੂੰ ਉਹ ਕਿਤੇ ਨਾ ਕਿਤੇ ਅੰਦਰੋਂ ਚੰਗੀਆਂ ਨਹੀਂ ਲੱਗਦੀਆਂ ਤੇ ਉਹ ਵਿਅੰਗਮਈ ਇਹ ਕਵਿਤਾ ਲਿਖਦੇ ਆ। ਉਸੇ ਤਰੀਕੇ ਦੇ ਨਾਲ ਜੋ ਖਿਆਲੀ ਆਜ਼ਾਦੀ ਹੈ ਇਸ ਦੇ ਵਿੱਚ ਉਹ ਇਹ ਕਹਿਣਾ ਚਾਹੁੰਦੇ ਆ ਕਿ ਜੇ ਆਜ਼ਾਦੀ ਮਿਲਣ ਤੋਂ ਬਾਅਦ ਭਾਵ 1947 ਤੋਂ ਬਾਅਦ ਜੋ ਦੇਸ਼ ਆ ਉਹਦੇ ਵਿੱਚ ਕੁਝ ਵੀ ਬਦਲਿਆ ਨਹੀਂ। ਮਤਲਬ ਆਜ਼ਾਦੀ ਸਿਰਫ ਨਾਮ ਦੀ ਸੀਗੀ, ਅਸਲ ਦੇ ਵਿੱਚ ਲੋਕਾਂ ਨੂੰ ਆਜ਼ਾਦੀ ਮਿਲੀ ਨਹੀਂ, ਬਸ ਇਹ ਉਹਨਾਂ ਦਾ ਸਿਰਫ ਖਿਆਲ ਸੀਗਾ। ਇਹ ਕਿਉਂ ਕਿਹਾ ਉਹਨਾਂ ਨੇ? ਕਿਉਂਕਿ 1947 ਤੋਂ ਬਾਅਦ ਉਹਨਾਂ ਨੇ ਇਹ ਕਵਿਤਾ ਲਿਖੀ ਹੈ ਤੇ ਉਹਨਾਂ ਨੇ ਖੁਦ ਇਹ ਆਪਣੀਆਂ ਅੱਖਾਂ ਦੇ ਨਾਲ ਭਾਰਤ ਦੇ ਵਿੱਚ ਹੁੰਦਾ ਦੇਖਿਆ ਕਿ ਇੱਥੇ ਰਿਸ਼ਵਤਖੋਰੀ ਰੱਜ ਕੇ ਸੀਗੀ, ਲੁੱਟ ਖਸੁੱਟ ਸਾਡੇ ਆਪਣੇ ਹੀ ਲੋਕਾਂ ਨੇ ਸਾਡੇ ਆਮ ਲੋਕਾਂ ਦੀ ਰੱਜ ਕੇ ਕੀਤੀ। ਉਹਨਾਂ ਨੇ ਜ਼ੁਲਮ ਕਰਨੋਂ ਕਿਤੇ ਵੀ ਕੋਈ ਢਿੱਲ ਨਹੀਂ ਛੱਡੀ। ਇਸੇ ਕਰਕੇ ਕਵੀ ਜਿਹੜਾ ਉਹ ਇਹ ਕਵਿਤਾ ਦੇ ਵਿੱਚ ਇਹ ਸਾਰਾ ਕੁਝ ਲਿਖਦਾ ਹੈ ਤੇ ਖਿਆਲੀ ਆਜ਼ਾਦੀ ਦੱਸਦਾ ਹੈ, ਸਾਡੇ ਭਾਰਤ ਦੀ ਆਜ਼ਾਦੀ ਨੂੰ। ਕੀ ਕਹਿੰਦਾ? ਹੋਏ ਮਾਲਿਕ ਮੁਲਕ ਦੇ ਮੰਨਿਆ ਮੈਂ ਨਹਿਰੂ ਤੇ ਪਟੇਲ, ਰਹਿ ਨਾ ਸਕਸੀ ਦੇਸ਼ ਸਾਡਾ ਹੁਣ ਕਿਸੇ ਦਾ ਵੀ ਦਬੇਲ। ਆ ਰਹੀ ਹਰ ਪਾਸਿਓਂ ਸਾਨੂੰ ਮੁਬਾਰਕਬਾਦ ਹੈ, ਮਨ ਨਹੀਂ ਮੰਨਦਾ ਕਿ ਭਾਰਤ ਹੋ ਚੁੱਕਾ ਆਜ਼ਾਦ ਹੈ। ਕਹਿੰਦਾ ਠੀਕ ਹੈ, ਅਸੀਂ ਆਪਣੇ ਮੁਲਕ ਨੂੰ ਅੰਗਰੇਜ਼ਾਂ ਤੋਂ ਛੁਡਵਾ ਲਿਆ ਤੇ ਹੁਣ ਸਾਡੇ ਦੇਸ਼ ਨੂੰ ਸੰਭਾਲਣ ਵਾਲੇ ਸਾਡੇ ਆਪਣੇ ਨਹਿਰੂ ਤੇ ਪਟੇਲ ਬਣ ਗਏ ਆ। ਰਹਿ ਨਾ ਸਕਸੀ, ਸਕਸੀ ਭਾਵ ਸਕੇਗਾ, ਦੇਸ਼ ਸਾਡਾ ਹੁਣ ਕਿਸੇ ਦਾ ਵੀ ਦਬੇਲ, ਦਬੇਲ ਭਾਵ ਗੁਲਾਮ। ਹੁਣ ਸਾਡਾ ਦੇਸ਼ ਜਿਹੜਾ ਹੈ ਉਹ ਕਿਸੇ ਦੇ ਵੀ ਅਧੀਨ ਨਹੀਂ ਰਹਿ ਸਕੇਗਾ। ਕਹਿੰਦਾ ਆ ਰਹੀ ਹਰ ਪਾਸਿਓਂ ਸਾਨੂੰ ਮੁਬਾਰਕਬਾਦ ਤੇ ਇਸ ਗੱਲ ਦੇ ਲਈ ਸਾਨੂੰ ਸਾਰੇ ਮੁਬਾਰਕਬਾਦ ਭਾਵ ਵਧਾਈਆਂ ਵੀ ਦੇ ਰਹੇ ਆ ਕਿ ਸਾਡੇ ਦੇਸ਼ ਨੇ ਆਜ਼ਾਦੀ ਪ੍ਰਾਪਤ ਕਰ ਲਈ ਹੈ। ਕਹਿੰਦਾ ਮਨ ਨਹੀਂ ਮੰਨਦਾ ਕਿ ਭਾਰਤ ਹੋ ਚੁੱਕਾ ਆਜ਼ਾਦ ਹੈ, ਪਰ ਕਹਿੰਦਾ ਮੇਰਾ ਮਨ ਤਾਂ ਮੰਨਦਾ ਹੀ ਨਹੀਂ ਕਿ ਵਾਕਈ ਸਾਨੂੰ ਆਜ਼ਾਦੀ ਮਿਲ ਚੁੱਕੀ ਹੈ। ਕਿਵੇਂ ਮੰਨੇ ਉਸ ਕਵੀ ਦਾ ਜਿਹਨੇ ਖੁਦ ਆਪਣੀ ਅੱਖਾਂ ਦੇ ਨਾਲ ਸਾਰਾ ਕੁਛ ਇਸ ਭਾਰਤ ਦੇ ਵਿੱਚ ਜੋ ਆਜ਼ਾਦੀ ਤੋਂ ਬਾਅਦ ਹੋਇਆ ਉਹ ਦੇਖਿਆ ਹੋਵੇ? ਉਹਦਾ ਮਨ ਨਹੀਂ ਮੰਨੇਗਾ ਕਿ ਵਾਕਈ ਅਸੀਂ ਆਜ਼ਾਦ ਹੋ ਗਏ ਹਾਂ। ਕੌਂਸਲਾਂ ਵਿੱਚ ਚਹਿਕਦੇ ਹਨ ਬਹਿ ਕੇ ਲੀਡਰ ਕੋਲ ਕੋਲ। ਕੌਂਸਲਾਂ ਜਦੋਂ ਸਾਡਾ ਭਾਰਤ ਆਜ਼ਾਦ ਹੋਇਆ ਤਾਂ ਰਾਜ ਸਭਾਵਾਂ, ਲੋਕ ਸਭਾਵਾਂ, ਪਤਾ ਨਹੀਂ ਕਿੰਨੀਆਂ ਕੁ ਬੈਠਕਾਂ ਹੋਈਆਂ ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਲੀਡਰ ਰਲ ਕੇ ਇੱਕ ਦੂਜੇ ਦੇ ਕੋਲ ਬੈਠ ਕੇ ਅਲੱਗ-ਅਲੱਗ ਜਿਹੜੇ ਵਿਚਾਰ ਵਟਾਂਦਰੇ ਕਰਦੇ ਰਹੇ ਕਿ ਆਹ ਕੰਮ ਇਸ ਤਰੀਕੇ ਨਾਲ ਕੀਤਾ ਜਾ ਸਕਦਾ, ਇਸ ਤਰੀਕੇ ਨਾਲ ਕੀਤਾ ਜਾ ਸਕਦਾ। ਪਰ ਕਵੀ ਕੀ ਕਹਿੰਦਾ? ਪਰ ਅਜੇ ਤੱਕ ਕਰ ਸਕੇ ਨਹੀਂ ਮੁਸ਼ਕਲਾਂ ਪਰ ਕੰਟਰੋਲ। ਕਹਿੰਦਾ ਇੰਨੀਆਂ ਜਿਹੜੀਆਂ ਕੌਂਸਲਾਂ ਹੋਈਆਂ, ਲੋਕ ਸਭਾਵਾਂ ਕੀਤੀਆਂ, ਰਾਜ ਸਭਾਵਾਂ ਕੀਤੀਆਂ, ਉਹਨਾਂ ਦਾ ਕੀ ਫਾਇਦਾ ਹੋਇਆ? ਜਿਹੜੀਆਂ ਭਾਰਤ ਦੇ ਵਿੱਚ ਆਜ਼ਾਦੀ ਤੋਂ ਬਾਅਦ ਮੁਸ਼ਕਲਾਂ ਆਈਆਂ ਉਹਨਾਂ ਦੇ ਉੱਤੇ ਤਾਂ ਕਿਤੇ ਵੀ ਮੈਨੂੰ ਕੰਟਰੋਲ ਨਜ਼ਰ ਨਹੀਂ ਆਉਂਦਾ। ਕਹਿੰਦਾ ਕੰਟਰੋਲ ਤਾਂ ਕੀਤਾ ਹੀ ਨਹੀਂ। ਇੱਕ ਇੱਕ ਬੰਦਾ ਪ੍ਰਜਾ ਦਾ ਅੰਦਰੋਂ ਨਾਸ਼ਾਦ ਹੈ, ਮਨ ਕਿਵੇਂ ਮੰਨੇ ਕਿ ਭਾਰਤ ਵਾਕਈ ਆਜ਼ਾਦ ਹੈ? ਨਾਸ਼ਾਦ ਹੁੰਦਾ ਹੈ ਨਾਰਾਜ਼। ਕਹਿੰਦਾ ਕੋਈ ਵੀ ਬੰਦਾ ਭਾਰਤ ਦਾ ਆਜ਼ਾਦੀ ਤੋਂ ਬਾਅਦ ਖੁਸ਼ ਨਹੀਂ ਹੋਇਆ। ਕਹਿੰਦਾ ਉਹ ਤਾਂ ਅੰਦਰੋਂ ਨਾਰਾਜ਼ ਸੀਗੇ ਕਿਉਂਕਿ ਉਹਨਾਂ ਨੂੰ ਤਾਂ ਕੁਛ ਵੀ ਆਜ਼ਾਦੀ ਤੋਂ ਬਾਅਦ ਲੱਭਿਆ ਨਹੀਂ, ਸਮਾਂ ਕਿ ਉਹਨਾਂ ਦਾ ਗਵਾਚਿਆ। ਕਿਉਂਕਿ ਉਸ ਵੇਲੇ ਵੱਢ ਟੁੱਕ ਬਹੁਤ ਹੋਈ, ਕਿਉਂਕਿ ਲੋਕਾਂ ਨੂੰ ਰਿਸ਼ਵਤਾਂ ਬਹੁਤ ਦੇਣੀਆਂ ਪਈਆਂ ਛੋਟੇ ਛੋਟੇ ਕੰਮ ਕਰਵਾਉਣ ਦੇ ਲਈ, ਮਾੜੇ ਮਾੜੇ ਕੰਮ ਦੇ ਲਈ ਉਹਨਾਂ ਨੂੰ ਪੈਸੇ ਜਾਂ ਆਪਣੇ ਘਰ ਦਾ ਸਮਾਨ ਦੇਣਾ ਪੈਂਦਾ ਸੀਗਾ। ਕਹਿੰਦਾ ਇਹ ਫਿਰ ਵਾਕਈ ਆਜ਼ਾਦੀ ਹੈ? ਕਹਿੰਦਾ ਅਸੀਂ ਇਹਨੂੰ ਕਿਵੇਂ ਮੰਨ ਲਈਏ ਕਿ ਸਾਡਾ ਭਾਰਤ ਆਜ਼ਾਦ ਹੋ ਗਿਆ? ਨਕਲ ਹੁੰਦੀ ਹੈ ਉਸੇ ਖਚਰੇ ਪੁਰਾਣੇ ਯਾਰ ਦੀ, ਵੱਟ ਗਈ ਵਰਦੀ ਹੈ ਕਾਤਿਲ ਦੀ ਉਸੇ ਤਲਵਾਰ ਦੀ। ਕਿ ਸਾਡੇ ਭਾਰਤ ਦੇ ਲੋਕ ਸਾਡੇ ਭਾਰਤ ਦੇ ਉੱਤੇ ਰਾਜ ਕਰ ਰਹੇ ਆ, ਪਰ ਕਹਿੰਦਾ ਇਹ ਆਪਣੇ ਪੁਰਾਣੇ ਖਚਰੇ ਯਾਰ ਭਾਵ ਅੰਗਰੇਜ਼ ਦੀ ਨਕਲ ਉਤਾਰ ਰਹੇ ਆ। ਮਤਲਬ ਕੰਮ ਤਾਂ ਉਹੀ ਕਰ ਰਹੇ ਆ ਇਹ ਜੋ ਅੰਗਰੇਜ਼ ਕਰ ਰਹੇ ਸੀਗੇ, ਧੱਕੇਸ਼ਾਹੀ ਵਾਲਾ। ਕਹਿੰਦਾ ਵੱਟ ਗਈ ਵਰਦੀ ਹੈ ਕਾਤਿਲ ਦੀ ਉਸੇ ਤਲਵਾਰ ਦੀ। ਕਹਿੰਦਾ ਕੁਛ ਨਹੀਂ ਬਦਲਿਆ, ਸਿਰਫ ਵਰਦੀ ਬਦਲੀ ਹੈ ਵੀ ਪਹਿਲਾਂ ਅੰਗਰੇਜ਼ੀ ਵਰਦੀ ਸੀਗੀ ਤੇ ਹੁਣ ਹਿੰਦੁਸਤਾਨੀ ਵਰਦੀ ਹੈ, ਪਰ ਕਹਿੰਦਾ ਤਲਵਾਰ ਉਹੀ ਹੈ ਜਿਹੜੀ ਕਿ ਲੋਕਾਂ ਦਾ ਕਤਲ ਕਰਦੀ ਹੈ, ਲੋਕਾਂ ਨੂੰ ਮਾਰਦੀ ਹੈ। ਹਲੇ ਵੀ ਕਹਿੰਦਾ ਉਸੇ ਤਰੀਕੇ ਦੇ ਨਾਲ ਟੈਕਸਾਂ ਦੀ ਲੋਟੀ ਹੈ ਤੇ ਟੈਕਸ ਲੈ ਲੈ ਕੇ ਲੁੱਟ ਖਸੁੱਟ ਵਾਧੂ ਜਿਹੜੇ ਭਾਰਤੀ ਆਮ ਲੋਕ ਹੈ ਉਹਨਾਂ ਦੀ ਕੀਤੀ ਜਾ ਰਹੀ ਹੈ। ਤੇ ਸ਼ਕਤੀਵਾਨ ਹੈ, ਸ਼ਕਤੀਵਾਨ ਭਾਵ ਤਾਕਤ ਦੀ ਵਰਤੋਂ, ਤੇ ਤਾਕਤ ਦੀ ਵਰਤੋਂ ਕਰਕੇ ਕਿਸੇ ਨੂੰ ਵੀ ਇਹ ਆਪਣੇ ਅਧੀਨ ਕਰ ਸਕਦੇ ਆ ਤੇ ਉਹਨਾਂ ਨੂੰ ਰੱਜ ਕੇ ਦਬਾ ਕੇ ਉਹਨਾਂ ਤੋਂ ਕੰਮ ਲਿਆ ਜਾ ਰਿਹਾ। ਮਨ ਨਹੀਂ ਮੰਨਦਾ ਕਿ ਭਾਰਤ ਹੋ ਚੁੱਕਾ ਆਜ਼ਾਦ ਹੈ। ਇਸੇ ਕਰਕੇ ਕਵੀ ਨੂੰ ਇਹ ਲੱਗਦਾ ਹੈ ਕਿ ਇਹ ਤਾਂ ਸਿਰਫ ਖਿਆਲ ਹੀ ਹੈ ਕਿ ਆਜ਼ਾਦ ਹੋ ਗਿਆ ਭਾਰਤ। ਆਜ਼ਾਦ ਕਿੱਥੋਂ ਹੋ ਗਿਆ? ਉਹੀ ਤਲਵਾਰਾਂ ਹੈ, ਉਹੀ ਧੱਕੇਸ਼ਾਹੀ ਹੈ, ਉਹੀ ਲੁੱਟ ਖਸੁੱਟ ਹੈ ਤੇ ਉਹੀ ਸ਼ਕਤੀ ਦੇ ਨਾਲ ਜਿਹਦੇ ਕੋਲ ਸ਼ਕਤੀ ਹੈਗੀ ਹੈ ਆਪਣੀ ਕੰਮ ਕਰਵਾਈ ਜਾਂਦਾ ਹੈ।
ਕਹਿੰਦਾ ਜ਼ਰ ਬਟੋਰਨ ਵਾਸਤੇ ਖੇਡੇ ਗਏ ਬੇਅੰਤ ਖੇਡ, ਹਾਕਮਾਂ ਦੇ ਹੱਥ ਵਿੱਚ ਸਰਕਾਰ ਨੇ ਸੌਂਪੀ ਗੁਲੇ, ਤਾੜ ਕੇ ਦੂਰੋਂ ਨਿਸ਼ਾਨੇ ਫੁੰਡਦਾ ਸਯਾਦ ਹੈ, ਮਨ ਨਹੀਂ ਮੰਨਦਾ ਕਿ ਭਾਰਤ ਸੱਚਮੁੱਚ ਆਜ਼ਾਦ ਹੈ। ਕਹਿੰਦਾ ਜ਼ਰ ਜ਼ਰ ਭਾਵ ਧਨ ਦੌਲਤ, ਰੁਪਈਏ, ਪੈਸੇ। ਕਹਿੰਦਾ ਧਨ ਦੌਲਤ ਬਟੋਰਨ ਦੇ ਲਈ, ਲੁੱਟਣ ਦੇ ਲਈ ਕਹਿੰਦਾ ਇਸ ਮੁਲਕ ਦੇ ਵਿੱਚ ਕਹਿੰਦਾ ਬਹੁਤ ਖੇਡ ਖੇਡੇ ਗਏ। ਹੁਣ ਇਹ ਧਨ ਦੌਲਤ ਲੁੱਟਣ ਦੇ ਲਈ ਖੇਡ ਕਿਹਨੇ ਖੇਡਣੇ ਆ? ਹਾਕਮਾਂ ਦੇ ਹੱਥ ਵਿੱਚ ਸਰਕਾਰ ਨੇ ਸੌਂਪੀ ਗੁਲੇਲ ਹੈ। ਹਾਕਮ ਸਰਕਾਰੀ ਨੌਕਰ ਜਿਹੜੇ ਲੀਡਰ ਸੀਗੇ, ਲੀਡਰਾਂ ਨੇ ਲਾਏ ਹੋਏ ਸੀਗੇ ਮੋਹਰੇ, ਕਹਿੰਦਾ ਉਹਨਾਂ ਦੇ ਹੱਥਾਂ ਦੇ ਵਿੱਚ ਸਰਕਾਰ ਨੇ ਆਪ ਗੁਲੇਲ, ਗੁਲੇਲ ਕੀ ਹੁੰਦੀ ਹੈ? ਜਿਹਦੇ ਨਾਲ ਅਸੀਂ ਕਿਸੇ ਵੀ ਪੰਛੀ ਨੂੰ ਆਰਾਮ ਦੇ ਨਾਲ ਫੁੰਡ ਸਕਦੇ ਹਾਂ, ਉਹਨਾਂ ਨੂੰ ਮਾਰ ਸਕਦੇ ਹਾਂ। ਕਹਿੰਦਾ ਇਹ ਗੁਲੇਲ ਸਰਕਾਰ ਨੇ ਇਹਨਾਂ ਹਾਕਮਾਂ ਦੇ ਹੱਥਾਂ ਵਿੱਚ, ਇਹਨਾਂ ਕਰਮਚਾਰੀਆਂ ਦੇ ਹੱਥਾਂ ਵਿੱਚ ਦੇ ਦਿੱਤੀ ਸੀਗੀ ਤੇ ਉਹ ਆਪਣੀ ਮਨਮਰਜ਼ੀ ਕਰ ਸਕਦੇ ਸੀਗੇ, ਆਮ ਜਨਤਾ ਨੂੰ ਸਤਾ ਸਕਦੇ ਸੀਗੇ। ਕਹਿੰਦਾ ਤਾੜ ਕੇ ਦੂਰੋਂ ਨਿਸ਼ਾਨੇ ਫੁੰਡਦਾ ਸਯਾਦ ਹੈ। ਸਯਾਦ ਕੀ ਹੈ? ਸ਼ਿਕਾਰੀ। ਤੇ ਜਿਸ ਕਰਮਚਾਰੀ ਕੁਰਸੀ ਤੇ ਬੈਠੇ ਬੰਦੇ ਦੇ ਹੱਥ ਵਿੱਚ ਉਹ ਗੁਲੇਲ ਆ ਜਾਣੀ, ਜਦੋਂ ਸਰਕਾਰ ਨੇ ਖੁਦ ਪਕੜਾਣੀ ਹੈ ਤਾਂ ਉਹਦੀ ਵਰਤੋਂ ਕਿਉਂ ਨਹੀਂ ਕਰੇਗਾ? ਉਹ ਵਰਤੋਂ ਕਰਦੇ ਵੀ ਸੀਗੇ ਤੇ ਤਾੜ ਤਾੜ ਕੇ ਜਿਹਨੂੰ ਮਰਜ਼ੀ ਹੁੰਦੀ ਸੀਗੀ ਉਹਨੂੰ ਉਹ ਆਪਣਾ ਨਿਸ਼ਾਨਾ ਵੀ ਬਣਾਉਂਦੇ ਰਹੇ ਤੇ ਉਹਨਾਂ ਨੂੰ ਮਾਰਦੇ ਵੀ ਰਹੇ। ਕਹਿੰਦਾ ਮਨ ਨਹੀਂ ਮੰਨਦਾ ਕਿ ਭਾਰਤ ਸੱਚਮੁੱਚ ਆਜ਼ਾਦ ਹੈ। ਤੇ ਫਿਰ ਕਿਵੇਂ ਮਨ ਮੰਨੇ ਕਿ ਭਾਰਤ ਸਾਡਾ ਵਾਕਈ ਆਜ਼ਾਦ ਹੋ ਚੁੱਕਿਆ? ਇਹ ਤਾਂ ਸਮਾਂ ਕਿ ਹੋਰ ਫਸ ਗਿਆ। ਆਪਣਿਆਂ ਦੇ ਹੱਥੋਂ ਕਤਲ ਹੋਣਾ, ਉਹ ਵੀ ਸ਼ਰੇਆਮ, ਕਿੰਨਾ ਔਖਾ ਹੈ। ਮਨ ਨੂੰ ਕਿਵੇਂ ਸਮਝਾਵੇ ਬੰਦਾ? ਕਹਿੰਦਾ ਜ਼ੁਲਮ ਜੋ ਅੰਗਰੇਜ਼ ਪ੍ਰਜਾ ਤੇ ਸੀ ਕਰਵਾਉਂਦਾ ਰਿਹਾ, ਖਲ ਸਾਡੀ ਸਾਡਿਆਂ ਹੱਥੀਂ ਉਤਰਵਾਉਂਦਾ ਰਿਹਾ, ਉਹ ਕੁਝ ਹੈ ਹੋ ਰਿਹਾ, ਇਹ ਹਾਲ ਸਭ ਨੂੰ ਯਾਦ ਹੈ, ਮਨ ਕਿਵੇਂ ਮੰਨੇ ਕਿ ਭਾਰਤ ਵਾਕਈ ਆਜ਼ਾਦ ਹੈ। ਕਹਿੰਦਾ ਜਦੋਂ ਅੰਗਰੇਜ਼ ਸੀਗੇ ਤਾਂ ਉਹ ਰੱਜ ਕੇ ਜ਼ੁਲਮ ਕਰਦੇ ਸੀਗੇ ਸਾਡੀ ਪ੍ਰਜਾ ਦੇ ਉੱਤੇ, ਪਰ ਉਹ ਕਿਹਦੇ ਦੁਆਰਾ ਕਰਵਾਉਂਦੇ ਸੀਗੇ ਇਹ ਜ਼ੁਲਮ? ਖਲ ਸਾਡੀ ਸਾਡਿਆਂ ਹੱਥੀਂ ਉਤਰਵਾਉਂਦਾ ਰਿਹਾ। ਕਿਉਂਕਿ ਸਾਡੇ ਪੰਜਾਬੀ, ਸਾਡੇ ਭਾਰਤੀ ਅੰਗਰੇਜ਼ਾਂ ਦੇ ਅਧੀਨ ਨੌਕਰੀ ਕਰਦੇ ਸੀਗੇ, ਫੌਜ ਜਾਂ ਪੁਲਿਸ ਦੇ ਵਿੱਚ ਸੀਗੇ, ਤੇ ਕੁਛ ਵੀ ਹੋਣਾ ਤਾਂ ਇਹਨਾਂ ਨੇ ਪੁਲਿਸ ਨੂੰ ਅੱਗੇ ਕਰ ਦੇਣਾ, ਭਾਵ ਸਾਡੇ ਹੀ ਲੋਕਾਂ ਨੂੰ ਸਾਡੇ ਖਿਲਾਫ ਖੜਾ ਕਰ ਦੇਣਾ ਤੇ ਉਹਨਾਂ ਨੇ ਸਾਨੂੰ ਮਾਰਨਾ ਵੀ, ਜ਼ੁਲਮ ਵੀ ਕਰਨਾ। ਕਹਿੰਦਾ ਉਹੀ ਕੰਮ ਹੁਣ ਵੀ ਹੋ ਰਿਹਾ। ਕਹਿੰਦਾ ਉਹ ਕੁਝ ਹੈ ਹੋ ਰਿਹਾ, ਇਹ ਹਾਲ ਸਭ ਨੂੰ ਯਾਦ ਹੈ। ਕਹਿੰਦਾ ਸਾਨੂੰ ਯਾਦ ਹੀ ਹੈ ਜੋ ਅੰਗਰੇਜ਼ ਸਾਡੇ ਨਾਲ ਕਰ ਰਹੇ ਸੀਗੇ, ਉਹੀ ਕੁਝ ਤਾਂ ਹੁਣ ਵੀ ਵਾਪਰ ਰਿਹਾ, ਉਸ ਵਿੱਚ ਕੋਈ ਵੀ ਤਬਦੀਲੀ ਨਹੀਂ ਆਈ। ਮਨ ਕਿਵੇਂ ਮੰਨੇ ਕਿ ਭਾਰਤ ਵਾਕਈ ਆਜ਼ਾਦ ਹੈ? ਕਿਵੇਂ ਮਨ ਮੰਨੇ? ਇਹਨੂੰ ਆਜ਼ਾਦੀ ਆਪਾਂ ਕਿਵੇਂ ਕਹਿ ਸਕਦੇ ਹਾਂ? ਕਹਿੰਦਾ ਚੋਰ ਰਿਸ਼ਵਤਖੋਰ ਹਾਕਮ ਠੇਕੇਦਾਰਾਂ ਦੇ ਸਕੇ, ਹਿੱਸੇ ਵੱਖਰੇ ਕਰਕੇ ਸਭ ਨੇ ਗੋਕੜਾਂ ਵਿੱਚ ਭਰ ਲਏ। ਕਹਿੰਦਾ ਹਾਕਮ ਹੋ ਗਏ, ਹਾਕਮ ਸਰਕਾਰੀ ਕਰਮਚਾਰੀ ਜਾਂ ਠੇਕੇਦਾਰ ਜਾਂ ਉਹਨਾਂ ਦੇ ਜਿਹੜੇ ਸਕੇ ਸੀਗੇ ਲੋਕ, ਕਹਿੰਦਾ ਉਹਨਾਂ ਨੇ ਚੋਰੀ ਰੱਜ ਕੇ ਕੀਤੀ, ਰਿਸ਼ਵਤਖੋਰੀ ਉਹਨਾਂ ਨੇ ਰੱਜ ਕੇ ਕੀਤੀ। ਕਹਿੰਦਾ ਹਿੱਸੇ ਵੱਖਰੇ ਕਰਕੇ ਸਭ ਨੇ ਗੋਕੜਾਂ ਵਿੱਚ ਭਰ ਲਏ, ਵੱਖਰੇ ਭਾਵ ਵੰਡ ਲਏ। ਕਹਿੰਦਾ ਇਹਨਾਂ ਨੇ ਫਿਰ ਪਹਿਲਾਂ ਜਨਤਾ ਨੂੰ ਲੁੱਟਿਆ ਤੇ ਫਿਰ ਆਪਸ ਦੇ ਵਿੱਚ ਇਹਨਾਂ ਨੇ ਵੰਡ ਕੇ ਆਪਣੀਆਂ ਗੋਕੜਾਂ ਭਾਵ ਆਪਣਾ ਢਿੱਡ ਭਰਨ ਬਾਰੇ ਹੀ ਸੋਚਿਆ। ਕਹਿੰਦਾ ਅੱਖੀਓਂ ਅੰਨੀ ਹਕੂਮਤ ਦਾਦ ਨਾ ਫਰਿਆਦ ਹੈ। ਤੇ ਸਰਕਾਰ, ਹਕੂਮਤ, ਇਹ ਤਾਂ ਅੱਖਾਂ ਤੇ ਪੱਟੀ ਬੰਨ ਕੇ ਬੈਠੀ ਸੀਗੀ। ਕਹਿੰਦਾ ਉਸ ਵੇਲੇ, ਕਹਿੰਦਾ ਦਾਦ ਨਾ ਫਰਿਆਦ, ਦਾਦ ਭਾਵ ਜਿਹੜੀ ਹੁਣ ਸਰਕਾਰ ਨੇ ਆਪਣੇ ਅੱਖਾਂ ਤੇ ਪੱਟੀ ਬੰਨੀ ਹੋਵੇ, ਅੰਨੀ ਸਰਕਾਰ ਹੋਵੇ, ਜਿਹਨੂੰ ਕੁਛ ਦਿਖਦਾ ਹੀ ਨਾ ਹੋਵੇ ਕਿ ਕੀ ਹੋ ਰਿਹਾ ਜਾਂ ਮੇਰੇ ਕਰਮਚਾਰੀ ਕੀ ਕਰ ਰਹੇ ਆ। ਕਹਿੰਦਾ ਉਹਨਾਂ ਤੋਂ ਦਾਦ ਦੀ ਉਮੀਦ ਭਾਵ ਨਿਆਂ ਦੀ ਉਮੀਦ ਅਸੀਂ ਕਿਵੇਂ ਕਰੀਏ? ਕਹਿੰਦਾ ਤੇ ਫਰਿਆਦ ਅਸੀਂ ਕੀ ਲੈ ਕੇ ਜਾਈਏ, ਭਾਵ ਸਹਾਇਤਾ ਦੇ ਲਈ ਅਸੀਂ ਇਹਨਾਂ ਨੂੰ ਪੁਕਾਰ ਕਿਵੇਂ ਕਰੀਏ, ਕਿਉਂਕਿ ਕਰਨ ਦੀ ਆਸ ਹੀ ਨਹੀਂ ਹੈ। ਕਹਿੰਦਾ ਮਨ ਨਹੀਂ ਮੰਨਦਾ ਕਿ ਭਾਰਤ ਹੋ ਗਿਆ ਆਜ਼ਾਦ ਹੈ, ਕੁਝ ਨਹੀਂ ਬਣਿਆ ਉਜੜਿਆਂ ਤੇ ਗਰੀਬਾਂ ਦੇ ਲਈ, ਬੇਕਸਾਂ ਵਿਧਵਾ ਯਤੀਮਾਂ ਦੀ ਨਾ ਸੇਵਾ ਹੋ ਸਕੇ, ਮਾਲਦਾਰਾਂ ਵਾਸਤੇ ਦੁਨੀਆ ਬੜੀ ਆਬਾਦ ਹੈ, ਕੌਣ ਮੰਨਦਾ ਹੈ ਕਿ ਭਾਰਤ ਵਾਕਈ ਆਜ਼ਾਦ ਹੈ। ਕਹਿੰਦਾ ਕੁਝ ਨਹੀਂ ਬਣਿਆ ਉਜੜਿਆਂ ਤੇ ਗਰੀਬਾਂ ਦੇ ਲਈ, ਕਿਉਂਕਿ ਉਜੜ ਕੇ ਸ਼ਰਨਾਰਥੀ ਦੇ ਰੂਪ ਦੇ ਵਿੱਚ ਪਾਕਿਸਤਾਨ ਤੋਂ ਭਾਰਤ ਆਏ ਹਿੰਦੂ ਸਿੱਖ ਲੋਕ, ਉਹਨਾਂ ਦੀ ਤਾਂ ਕਿਸੇ ਨੇ ਵੀ ਸਾਰ ਨਹੀਂ ਲਈ। ਕਹਿੰਦਾ ਉਹ ਤਾਂ ਉਜੜੇ ਹੋਏ ਲੋਕ ਸੀਗੇ, ਉਹ ਤਾਂ ਗਰੀਬ ਸੀਗੇ ਲੋਕ, ਉਹਨਾਂ ਦਾ ਤਾਂ ਕੁਛ ਨਹੀਂ ਬਣਿਆ ਆਜ਼ਾਦੀ ਤੋਂ ਬਾਅਦ। ਕਹਿੰਦਾ ਬੇਕਸਾਂ ਵਿਧਵਾ ਯਤੀਮਾਂ ਦੀ ਨਾ ਸੇਵਾ ਹੋ ਸਕੀ। ਬੇਕਸਾਂ ਬੇਸਹਾਰੇ ਤਾਂ ਉਦੋਂ ਬਹੁਤ ਸੀਗੇ, ਕੈਂਪਾਂ ਦੇ ਵਿੱਚ ਰੁਲ ਰਹੇ ਸੀਗੇ, ਜਿਨ੍ਹਾਂ ਦਾ ਕੋਈ ਵੀ ਨਹੀਂ ਸੀਗਾ, ਕਿਉਂਕਿ ਮਾਰ ਕੱਟ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਜੀ ਖਤਮ ਹੋ ਚੁੱਕੇ ਸੀਗੇ। ਕਹਿੰਦਾ ਵਿਧਵਾ ਬਹੁਤ ਸੀਗੀਆਂ। ਕਹਿੰਦਾ ਯਤੀਮ ਲੋਕ
ਬੱਚੇ ਬਹੁਤ ਸੀਗੇ, ਕਹਿੰਦਾ ਉਹਨਾਂ ਦੀ ਤਾਂ ਕਿਸੇ ਨੇ ਸੇਵਾ ਨਹੀਂ ਕੀਤੀ। ਮਾਲਦਾਰਾਂ ਵਾਸਤੇ ਦੁਨੀਆ ਬੜੀ ਆਬਾਦ ਹੈ, ਤੇ ਜਿਨ੍ਹਾਂ ਦੇ ਕੋਲ ਮਾਲ ਸੀਗਾ, ਧਨ ਸੀਗਾ, ਜਾਂ ਅਮੀਰ ਲੋਕ ਸੀਗੇ, ਉਹਨਾਂ ਦੇ ਲਈ ਤਾਂ ਦੁਨੀਆ ਵਾਕਈ ਆਜ਼ਾਦ ਸੀਗੀ, ਵਾਕਈ ਆਬਾਦ ਭਾਵ ਖੁਸ਼ਹਾਲ ਸੀਗੀ, ਕਿਉਂਕਿ ਉਹਨਾਂ ਨੂੰ ਤਾਂ ਹੋਰ ਮੌਜਾਂ ਲੱਗ ਗਈਆਂ। ਉਹਨਾਂ ਦੇ ਆਪਣੇ ਹੀ ਬੰਦੇ ਹੁਣ ਸਰਕਾਰੀ ਮੈਂਬਰ ਸੀਗੇ, ਤੇ ਜੋ ਉਹਨਾਂ ਨੂੰ ਬੋਲ ਦੇਣਾ ਉਹੀ ਉਹਨਾਂ ਨੂੰ ਮਿਲ ਜਾਣਾ। ਉਹਨਾਂ ਦੇ ਲਈ ਤਾਂ ਸੀਗੀ ਇਹ ਆਜ਼ਾਦੀ। ਪਰ ਆਮ ਜਨਤਾ ਨਾ, ਬੇਸਹਾਰੇ ਜਾਂ ਵਿਧਵਾ ਔਰਤਾਂ ਜਿਹੜੇ ਉੱਜੜ ਕੇ ਵਿਚਾਰੇ ਇੱਧਰ ਭਟਕ ਰਹੇ ਸੀਗੇ, ਧੱਕੇ ਖਾ ਰਹੇ ਸੀਗੇ, ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਘਰ ਦੇ ਜੀਆਂ ਨੂੰ ਵੱਢ ਟੁੱਕ ਦਿੱਤਾ ਗਿਆ, ਉਹਨਾਂ ਦਾ ਤਾਂ ਕੋਈ ਨਹੀਂ ਸੀਗਾ। ਕੌਣ ਮੰਨਦਾ ਹੈ ਕਿ ਭਾਰਤ ਵਾਕਈ ਆਜ਼ਾਦ ਹੈ? ਜੀਭ ਤੇ ਹੈ ਜ਼ੰਦਰਾ ਜੜਿਆ, ਕਲਮ ਪਾਬੰਦ ਹੈ, ਧਾੜ ਵੀ ਬਦਮਾਸ਼ ਚੋਰ, ਬਲੈਕਿਆ ਆਨੰਦ ਹੈ। ਇਹ ਹੈ ਸ਼ੈਤਾਨ ਦੂਜਾ, ਉਸ ਦਾ ਉਸਤਾਦ ਹੈ, ਮਨ ਨਹੀਂ ਮੰਨਦਾ ਕਿ ਭਾਰਤ ਹੋ ਚੁੱਕਾ ਆਜ਼ਾਦ ਹੈ। ਕੀ ਕਹਿੰਦਾ? ਜੀਭ ਤੇ ਹੈ ਜ਼ੰਦਰਾ ਜੜਿਆ, ਕਲਮ ਪਾਬੰਦ ਹੈ। ਜੇਕਰ ਜੋ ਵੀ ਉਸ ਵੇਲੇ ਆਮ ਲੋਕਾਂ ਦੇ ਨਾਲ ਹੋਇਆ, ਜਾਂ ਫਿਰ ਸਰਕਾਰੀ ਕਰਮਚਾਰੀ ਜੋ ਗਲਤ ਕਰਦੇ ਸੀਗੇ, ਜੇਕਰ ਕੋਈ ਉਹਨਾਂ ਦੇ ਖਿਲਾਫ ਬੋਲਣ ਦੀ ਕੋਸ਼ਿਸ਼ ਕਰਦਾ ਤਾਂ ਉਸਨੂੰ ਧੱਕੇ ਨਾਲ ਰੋਕ ਦਿੱਤਾ ਜਾਂਦਾ। ਜੇਕਰ ਕਲਮ ਦੇ ਨਾਲ ਕੁਛ ਲਿਖਣਾ ਚਾਹੁੰਦਾ ਉਹਨਾਂ ਦੇ ਖਿਲਾਫ, ਉਸ ਗੱਲ ਤੇ ਵੀ ਪਾਬੰਦੀ ਸੀਗੀ। ਕਹਿੰਦਾ ਧਾੜ ਵੀ ਬਦਮਾਸ਼ ਚੋਰ, ਬਲੈਕਿਆ ਆਨੰਦ ਹੈ। ਜਿੰਨੇ ਵੀ ਧਾੜਵੀ ਬਦਮਾਸ਼ ਲੋਕ ਸੀਗੇ, ਚੋਰ ਸੀਗੇ, ਬਲੈਕ ਦੇ ਵਿੱਚ ਕੰਮ ਕਰਦੇ ਸੀਗੇ, ਕਹਿੰਦਾ ਉਹ ਸਾਰੇ ਹੀ ਮੌਜਾਂ ਮਾਣ ਰਹੇ ਸੀਗੇ, ਸਾਰੇ ਹੀ ਆਨੰਦ ਦੇ ਵਿੱਚ ਸੀਗੇ। ਇਹ ਹੈ ਸ਼ੈਤਾਨ ਦੂਜਾ, ਉਸ ਦਾ ਉਸਤਾਦ ਹੈ। ਇੱਕ ਸ਼ੈਤਾਨ ਤੇ ਦੂਸਰਾ ਉਸਦਾ ਵੀ ਉਸਤਾਦ, ਠੀਕ ਹੈ। ਉਹਨਾਂ ਦੇ ਲਈ ਤਾਂ ਆਨੰਦ ਸੀਗਾ, ਉਹਨਾਂ ਦੇ ਲਈ ਤਾਂ ਮੌਜਾਂ ਸੀਗੀਆਂ, ਉਹਨਾਂ ਦੇ ਲਈ ਤਾਂ ਆਜ਼ਾਦੀ ਬਹੁਤ ਹੀ ਸੋਹਣੀ ਸੀਗੀ। ਕਹਿੰਦਾ ਮਨ ਨਹੀਂ ਮੰਨਦਾ ਕਿ ਭਾਰਤ ਹੋ ਚੁੱਕਾ ਹੈ, ਆਜ਼ਾਦ ਹੈ। ਪਰ ਆਮ ਲੋਕਾਂ ਦੇ ਨਾਲ ਹੀ ਤਾਂ ਇਹ ਲੋਕ ਧੱਕਾ ਕਰਦੇ ਸੀਗੇ, ਧਾੜਵੀ ਬਦਮਾਸ਼ ਚੋਰ ਬਲੈਕੀ। ਤੇ ਇਹ ਜਿਹੜੀ ਜੇਕਰ ਕੋਈ ਬੋਲਦਾ ਸੀਗਾ ਤਾਂ ਉਹ ਆਮ ਲੋਕਾਂ ਦੇ ਲਈ ਹੀ ਬੋਲਦਾ ਸੀਗਾ, ਤੇ ਉਹਦੇ ਬੋਲਣ ਤੇ ਤਾਂ ਸਰਕਾਰਾਂ ਨੇ ਪਾਬੰਦੀ ਲਾ ਦਿੱਤੀ ਸੀਗੀ। ਜੇਕਰ ਕੋਈ ਲਿਖਦਾ ਸੀਗਾ ਉਹ ਵੀ ਆਮ ਜਨਤਾ ਲਈ ਲਿਖਦਾ ਸੀਗਾ ਕਿ ਇਹਨਾਂ ਲੋਕਾਂ ਦੀ ਵੀ ਸਾਰ ਲਓ, ਜਿਹੜੇ ਵਿਚਾਰੇ ਉੱਜੜ ਚੁੱਕੇ ਆ, ਜਿਨ੍ਹਾਂ ਦੇ ਘਰ ਦੇ ਮਰ ਚੁੱਕੇ ਆ, ਉਹਨਾਂ ਦੀ ਵੀ ਕੋਈ ਸਾਰ ਲਓ, ਉਹਨਾਂ ਨੂੰ ਵੀ ਪੁੱਛੋ। ਤੇ ਇਸ ਕਲਮ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ। ਫਿਰ ਇਸ ਆਜ਼ਾਦੀ ਨੂੰ ਅਸੀਂ ਆਜ਼ਾਦੀ ਕਿਵੇਂ ਮੰਨ ਲਈਏ? ਇਸੇ ਕਰਕੇ ਬਾਰ-ਬਾਰ ਕਵੀ ਕਹਿ ਰਿਹਾ, ਮਨ ਨਹੀਂ ਮੰਨਦਾ ਕਿ ਭਾਰਤ ਹੋ ਚੁੱਕਾ ਆਜ਼ਾਦ ਹੈ।